ਲੜੀਵਾਰ ਕਥਾ ਰਾਗ ਬਿਲਾਵਲ ਵਿੱਚ ਹੀ ਆਪਾਂ ਸਰਵਣ ਕਰ ਰਹੇ ਹਾਂ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਮਹਾਰਾਜ ਪਾਵਨ ਅੰਮ੍ਰਿਤ ਬਚਨ ਉਚਾਰਨ ਕਰਦੇ ਹਨ। ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾ ਦੋਪਦੀ ਘਰ ਨਵਾ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਦੋ ਪਤਿਆਂ ਵਾਲੇ ਸ਼ਬਦ ਹਨ। ਘਰ ਨੌਵੇਂ ਘਰ ਦੇ ਵਿੱਚ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ ਕਿ ਇਸ ਪਾਵਨ ਸ਼ਬਦ ਨੂੰ ਗਾਇਨ ਕਰੋ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਏਕ ਹੈ, ਅਦੁੱਤੀ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਇੱਕ ਓੰਕਾਰ ਉਹ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਅਕਾਲ ਪੁਰਖ ਦੇ ਸਰੂਪ ਦਾ ਸਾਖਸ਼ਾਤਕਾਰ ਹੁੰਦਾ ਹੈ। ਹਾਂਜੀ। ਆਪ ਹੈ ਮੇਲ ਲਏ। ਹੇ ਪ੍ਰਭੂ, ਜਿਨ੍ਹਾਂ ਤੇ ਤੁਸੀਂ ਤਰਸ ਕਰਦੇ ਹੋ, ਜਿਨ੍ਹਾਂ ਤੇ ਮਿਹਰਮਤ ਕਰਦੇ ਹੋ, ਉਹਨਾਂ ਤੇ ਆਪ ਤਰਸ ਕਰਕੇ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦੇ ਹੋ। ਆਪੈ ਮੇਲ ਲਏ, ਆਪ ਹੀ ਤਰਸ ਕਰਕੇ ਆਪਣੇ ਨਾਲ ਮੇਲ ਦਿਓ ਮਹਾਰਾਜ। ਤੁਹਾਡੀ ਦਇਆ ਬਿਨਾਂ ਤੁਹਾਨੂੰ ਮਿਲਿਆ ਨਹੀਂ ਜਾ ਸਕਦਾ। ਤੁਹਾਡੇ ਤਰਸ ਬਿਨਾਂ ਤੁਹਾਡੇ ਨਾਲ ਮਿਲਿਆ ਨਹੀਂ ਜਾ ਸਕਦਾ। ਮਹਾਰਾਜ, ਜਿਨ੍ਹਾਂ ਤੇ ਤੁਸੀਂ ਤਰਸ ਕਰਦੇ ਹੋ, ਜਿਨ੍ਹਾਂ ਤੇ ਦਇਆ ਕਰਦੇ ਹੋ, ਉਹਨਾਂ ਨੂੰ ਆਪ ਅੱਗੇ ਆ ਕੇ ਆਪਣੇ ਨਾਲ ਮੇਲ ਲੈਂਦੇ ਹੋ। ਕੋਈ ਇੱਕ ਕਦਮ ਪੁੱਟ ਕੇ ਤੁਹਾਡੇ ਵੱਲ ਆਵੇ, ਤੁਸੀਂ ਕਰੋੜਾਂ ਕਦਮ ਅੱਗੇ ਪੁੱਟ ਕੇ ਉਹਨੂੰ ਲੈਣ ਵਾਸਤੇ ਆ ਜਾਂਦੇ ਹੋ, ਆਪਣੇ ਨਾਲ ਮੇਲਣ ਵਾਸਤੇ। ਐਸੇ ਦਿਆਲੂ ਹੋ, ਐਸੇ ਕਿਰਪਾਲੂ। ਕੋਈ ਚੱਲ ਕੇ ਤਾਂ ਵੇਖਿਓ ਉਸ ਰੱਬ ਵਾਲੇ ਪਾਸੇ, ਅਕਾਲ ਪੁਰਖ ਦੇ ਘਰ ਵੱਲ। ਇੱਕ ਕਦਮ ਵੀ ਪੁੱਟੇ ਮਾਲਕ ਕਰੋੜਾਂ ਕਦਮ ਪੁੱਟ ਕੇ ਅੱਗੇ ਆ ਕੇ ਲੈਣ ਪਹੁੰਚ ਜਾਂਦਾ। ਮਹਾਰਾਜ, ਤੁਸੀਂ ਆਪ ਤਰਸ ਕਰਕੇ, ਦਇਆ ਕਰਕੇ ਜਿਨ੍ਹਾਂ ਤੇ ਰਹਿਮਤ ਕਰਦੇ ਹੋ, ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦੇ ਹੋ। ਜਬ ਤੇ ਸਰਣ ਤੁਮਾਰੀ ਆਏ, ਤਬ ਤੇ ਦੁਖ ਗਏ। ਜਦੋਂ ਦੇ ਮਹਾਰਾਜ ਜੀ ਅਸੀਂ ਤੁਹਾਡੀ ਸ਼ਰਨ ਆਏ ਆ ਨਾ, ਜਦੋਂ ਦੀ ਤੁਹਾਡੀ ਪਨਾਹ ਵਿੱਚ ਆਏ ਆ ਮਹਾਰਾਜ ਜੀ, ਉਦੋਂ ਦੇ ਸਾਡੇ ਜਿੰਨੇ ਦੋਸ਼ ਨੇ ਉਹ ਚਲੇ ਗਏ ਨੇ। ਤਬ ਤੇ ਦੁਖ ਗਏ, ਉਦੋਂ ਦੇ ਸਾਡੇ ਜਿੰਨੇ ਦੋਸ਼ ਸੀ ਉਹ ਚਲੇ ਗਏ ਨੇ, ਦੂਰ ਹੋ ਗਏ ਨੇ, ਜਦੋਂ ਦੀ ਅਸੀਂ ਤੁਹਾਡੀ ਸ਼ਰਨ ਚ ਆਏ ਆ, ਤੁਹਾਡੀ ਪਨਾਹ ਵਿੱਚ ਆਏ। ਜਬ ਤੇ ਸਰਨ ਤੁਮਾਰੀ ਆਏ, ਮਹਾਰਾਜ ਜਦੋਂ ਦੀ ਤੁਹਾਡੀ ਸ਼ਰਨ ਚ ਆਏ ਹਾਂ। ਆਏ ਵੀ ਉਦੋਂ ਆ ਜਦੋਂ ਤੁਸੀਂ ਬੁਲਾਇਆ। ਮਹਾਰਾਜ, ਤੁਸੀਂ ਕਰਦੇ ਹੋ ਸਭ ਕੁਝ, ਮੇਰੇ ਵੱਸ ਨਹੀਂ। ਇਹ ਹੈ ਖਾਲਸਾ ਜੀ ਸਿੱਖ ਦੀ ਅਵਸਥਾ। ਜਿਹੜਾ ਕਹੇ ਨਾ ਮੈਂ ਕੀਤਾ, ਮੈਂ ਕਰਦਾ, ਮੈਂ ਆਇਆ ਹਾਂ, ਦਰਅਸਲ ਉਹਨੇ ਸਿੱਖੀ ਨੂੰ ਸਮਝਿਆ ਹੀ ਨਹੀਂ। ਜਿਹਨੇ ਗੁਰਸਿੱਖੀ ਨੂੰ ਸਮਝਿਆ ਉਹ ਕਹਿੰਦਾ ਮਹਾਰਾਜ ਤੁਸੀਂ ਬੁਲਾਇਆ, ਤੁਸੀਂ ਕਿਰਪਾ ਕੀਤੀ ਹੈ, ਤੁਸੀਂ ਆਪਣੀ ਸ਼ਰਨ ਚ ਸੱਦਿਆ, ਸਾਡੇ ਵੱਸ ਨਹੀਂ ਹੈ ਕੁਝ, ਸਾਡੇ ਅਖਤਿਆਰ ਨਹੀਂ ਹੈ। ਤੇ ਜਿਸ ਦਿਨ ਦੀ ਤੁਹਾਡੀ ਸ਼ਰਨ ਚ ਆਏ ਹਾਂ ਮਹਾਰਾਜ, ਤੁਸੀਂ ਇੰਨੇ ਦਿਆਲੂ ਹੋ, ਇਤਨੇ ਬਖਸ਼ੰਦ ਹੋ ਮਹਾਰਾਜ, ਉਸੇ ਦਿਨ ਹੀ ਸਾਡੇ ਸਾਰੇ ਦੋਸ਼ ਤੁਸੀਂ ਕੱਟ ਦਿੱਤੇ। ਤਬ ਤੇ ਦੁਖ ਗਏ, ਉਦੋਂ ਹੀ ਸਾਡੇ ਸਾਰੇ ਦੋਸ਼ ਸਾਨੂੰ ਛੱਡ ਕੇ ਚਲੇ ਗਏ। ਰਹਾਉ ਤਾਜ ਅਭਿਮਾਨ ਅਰ ਚਿੰਤ ਬਿਰਾਨੀ, ਸਾਧਾ ਹੈ ਸ਼ਰਨ ਪਈ। ਮਹਾਰਾਜ ਜੀ, ਅਸੀਂ ਸਾਧੂ ਜਨਾਂ ਦੀ ਸ਼ਰਨ ਪਏ ਆ, ਤੁਸੀਂ ਪਾਇਆ। ਸਤਿਪੁਰਸ਼ਾਂ ਦੀ, ਸਾਧੂਆਂ ਦੀ ਸ਼ਰਨ ਵਿੱਚ ਤੁਸੀਂ ਸਾਨੂੰ ਪਾ ਦਿੱਤਾ ਹੈ।
ਤੇ ਜਿਨ੍ਹਾਂ ਦੀ ਸ਼ਰਨ ਚ ਪੈ ਕੇ ਅਸੀਂ ਆਪਣੇ ਹਿਰਦੇ ਚੋਂ ਅਭਿਮਾਨ ਛੱਡ ਦਿੱਤਾ, ਤਜ ਅਭਿਮਾਨ। ਅਰ ਚਿੰਤ ਬਿਰਾਨੀ, ਔਰ ਜਿਹੜੀ ਬਗਾਨੀ ਚਿੰਤਾ ਹੈ, ਇੱਕ ਅਭਿਮਾਨ ਹੁੰਦਾ, ਇੱਕ ਸਵੈ ਅਭਿਮਾਨ ਹੁੰਦਾ। ਅਭਿਮਾਨ ਹੁੰਦਾ ਫੋਕਾ, ਸਵੈ ਅਭਿਮਾਨ ਵੀ ਬਹੁਤਿਆਂ ਵਿੱਚ ਹੁੰਦਾ। ਸਵੈ ਅਭਿਮਾਨ ਕਿ ਜਿੱਥੇ ਮਨੁੱਖ ਦਾ ਕਿਰਦਾਰ ਹੋਵੇ ਇੱਕ ਉੱਚਾ ਸੁੱਚਾ, ਉੱਥੇ ਸਵੈ ਅਭਿਮਾਨ ਹੁੰਦਾ ਕਿ ਹਾਂ ਗੁਰੂ ਸਾਹਿਬ ਜੀ ਨੇ ਮੈਨੂੰ ਇਹ ਵਡਿਆਈ ਦਿੱਤੀ ਹੈ, ਗੁਰੂ ਸਾਹਿਬ ਜੀ ਨੇ ਮੈਨੂੰ ਇਹ ਦਾਤ ਦਿੱਤੀ ਹੈ, ਤੇ ਇਹਦਾ ਮਤਲਬ ਇਹ ਨਹੀਂ ਕਿ ਮੈਂ ਸੰਸਾਰ ਦੇ ਜਿਹੜੇ ਤੁੱਛ ਜਿਹੇ ਜੀਵ ਨੇ ਉਹਨਾਂ ਅੱਗੇ ਜਾ ਕੇ ਹੱਥ ਜੋੜ ਕੇ ਉਹਨਾਂ ਅੱਗੇ ਮਿੰਨਤਾਂ ਕਰਦਾ ਫਿਰਾਂ। ਉੱਥੇ ਸਵੈ ਅਭਿਮਾਨ ਰੋਕਦਾ ਵੀ ਇਹ ਕੰਮ ਨਹੀਂ ਕਰਨਾ। ਤੂੰ ਗੁਰੂ ਨਾਨਕ ਦਾ ਸਿੱਖ ਹੈ, ਤੂੰ ਕਿਸੇ ਪੀਰ ਦੇ ਮੂਹਰੇ ਖਲੋ ਕੇ, ਕਿਸੇ ਕਬਰ ਦੇ ਮੂਹਰੇ ਖਲੋ ਕੇ, ਕਿਸੇ ਜੰਡ ਜਾਂ ਕਰੀਰ ਦੇ ਸਾਹਮਣੇ ਖਲੋ ਕੇ ਹੱਥ ਜੋੜ ਕੇ ਕੁਝ ਮੰਗਦਾ ਫਿਰੇ, ਤੇਰੇ ਲਈ ਯੋਗ ਨਹੀਂ। ਉੱਥੇ ਸਵੈ ਅਭਿਮਾਨ ਚਾਹੀਦਾ। ਨਹੀਂ, ਮੈਂ ਗੁਰੂ ਨਾਨਕ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਹਾਂ, ਇੱਥੇ ਆ ਕੇ ਖਲੋਂਦਾ ਮੈਂ ਨਹੀਂ ਸੋਭਦਾ, ਚੰਗਾ ਨਹੀਂ ਲੱਗਦਾ। ਇੱਕ ਹੁੰਦਾ ਫੋਕਾ ਅਭਿਮਾਨ, ਬੰਦਾ ਉਦਾਂ ਹੀ ਮਨ ਚ ਅਭਿਮਾਨ ਚੁੱਕੀ ਫਿਰੇ, ਮੈਂ ਆਹ ਕੀਤਾ, ਮੈਂ ਆਹ ਕਰ ਦਿਆਂਗਾ, ਮੈਂ ਉਹ ਹੋ ਗਿਆ। ਉਹ ਜਿਹੜਾ ਫੋਕਾ ਜਿਹਾ ਅਭਿਮਾਨ ਹੈ, ਮਹਾਰਾਜ ਜੀ ਕਹਿੰਦੇ ਉਹ ਛੱਡ ਦੇ ਬਈ, ਤਜ ਅਭਿਮਾਨ, ਅਭਿਮਾਨ ਛੱਡ ਦੇ। ਅਰ ਚਿੰਤ ਬਿਰਾਨੀ, ਆ ਜਿਹੜੀ ਬਗਾਨੀ ਚਿੰਤਾ ਤੂੰ ਆਪਣੇ ਹਿਰਦੇ ਚ ਪਾਲੀ ਬੈਠਾ, ਇਹ ਵੀ ਛੱਡ, ਇਹਨੂੰ ਵੀ ਤਜ ਦੇ। ਬਿਰਾਨੀ ਦਾ ਮਤਲਬ ਬਗਾਨੀ ਚਿੰਤਾ, ਜਿਸ ਚਿੰਤਾ ਦੇ ਨਾਲ ਤੇਰਾ ਕੁਝ ਸਬਰਨਾ ਹੀ ਨਹੀਂ, ਉਹ ਚਿੰਤਾ ਛੱਡ। ਬਗਾਨਿਆਂ ਦੀ ਚਿੰਤਾ ਸਾਨੂੰ ਬਹੁਤ ਵੱਧ ਹੁੰਦੀ, ਆਪਣੀ ਚਿੰਤਾ ਨਹੀਂ ਹੈ ਵੀ ਮੇਰਾ ਜ਼ਿੰਦਗੀ, ਮੇਰਾ ਜੀਵਨ ਬੀਤਦਾ ਜਾ ਰਿਹਾ, ਮੇਰਾ ਸਮਾਂ ਲੰਘਦਾ ਜਾ ਰਿਹਾ, ਮੇਰੇ ਸਵਾਸ ਅਜਾਈ ਬੀਤਦੇ ਜਾ ਰਹੇ ਨੇ, ਇਹ ਚਿੰਤਾ ਨਹੀਂ ਹੈ। ਚਿੰਤਾ ਹੁੰਦੀ ਆ ਫਲਾਣੇ ਦੀ, ਅਮਕਾ ਕੀ ਕਹੇਗਾ ਜੀ, ਜੇ ਮੈਂ ਆਹ ਕੰਮ ਕੀਤਾ ਤੇ ਮੇਰਾ ਫਲਾਣਾ ਰਿਸ਼ਤੇਦਾਰ ਹੀ ਨਾ ਰੁੱਸ ਜੇ ਜੀ, ਉਹਦੀ ਚਿੰਤਾ। ਮੇਰਾ ਫਲਾਣਾ ਮਿੱਤਰ ਮੇਰੇ ਤੋਂ ਨਾਰਾਜ਼ ਹੋ ਜਾਏਗਾ ਜੇ ਮੈਂ ਇਹ ਕੰਮ ਕੀਤਾ, ਉਹਦੀ ਚਿੰਤਾ। ਅਨੇਕ ਪ੍ਰਕਾਰ ਦੀ ਚਿੰਤਾ ਜਿਹੜਾ ਉਹ ਬੰਦਾ ਆਪਣੇ ਹਿਰਦੇ ਚ ਪਾਲੀ ਬੈਠਾ ਹੈ, ਇਹਨੂੰ ਕਹਿੰਦੇ ਚਿੰਤਾ। ਸਾਹਿਬ ਕਹਿੰਦੇ ਚਿੰਤਾ ਦਾ ਤਿਆਗ ਕਰ, ਚਿੰਤਾ ਨੂੰ ਛੱਡ ਔਰ ਅਚਿੰਤ ਹੋ ਕੇ ਰਹਿ। ਚਿੰਤਾ ਹਮੇਸ਼ਾ ਅੰਦਰੋਂ ਸਤਾਉਂਦੀ ਹੈ। ਕਹਿੰਦੇ ਇੱਕ ਵਾਰੀ ਦੇਵਤਿਆਂ ਨੇ ਧਰਤੀ ਦੇ ਉੱਤੇ ਸੋਚਿਆ ਵੀ ਅਸੀਂ ਸਵਰਗ ਬਣ ਗਿਆ ਤੇ ਇੱਥੇ ਕੁਝ ਭੇਜੀਏ, ਵੀ ਸਾਡੇ ਸਵਰਗ ਵਿੱਚ ਤੇ ਧਰਤੀ 'ਚ ਤਾਂ ਫਰਕ ਹੀ ਨਹੀਂ ਰਿਹਾ। ਉਹਨਾਂ ਨੇ ਇੱਕ ਧਰਤੀ ਦੇ ਹੀ ਮਨੁੱਖ ਨੂੰ ਸੱਦਿਆ, ਇੱਕ ਡੱਬਾ ਦਿੱਤਾ, ਬੜਾ ਖੂਬਸੂਰਤ ਡੱਬਾ। ਆਖਿਆ ਇਹ ਧਰਤੀ ਤੇ ਲੈ ਜਾਈਂ, ਪਰ ਲਿਜਾ ਕੇ ਖੋਲੀ ਨਾ ਇਹਨੂੰ, ਜੇ ਤਾਂ ਇਸ ਨੂੰ ਖੋਲਿਆ ਤੇ ਫਿਰ ਬੜਾ ਭਿਆਨਕ ਮੰਜ਼ਰ ਹੋਵੇਗਾ, ਇਹਨੂੰ ਖੋਲੀ ਨਾ ਬਸ। ਉਸ ਬੰਦੇ ਨੇ ਉਹ ਡੱਬਾ ਲਿਆ, ਬੜਾ ਖੂਬਸੂਰਤ ਡੱਬਾ, ਹੀਰੇ ਮੋਤੀ ਲੱਗੇ ਹੋਏ। ਉਹ ਡੱਬਾ ਲੈ ਕੇ ਧਰਤੀ ਵੱਲ ਵਧਿਆ। ਦੇਵਤਿਆਂ ਨੇ ਕਿਹਾ ਸੀ ਵੀ ਇਹਨੂੰ ਖੋਲ ਕੇ ਵੇਖੀ ਨਾ ਵਿੱਚ ਕੀ ਹੈ। ਹੁਣ ਬੰਦੇ ਦੀ ਬਿਰਤੀ ਹੈ, ਫਿਤਰਤ ਹੈ, ਜਿਸ ਕੰਮ ਤੋਂ ਰੋਕੋ ਮੁੜ ਕੇ ਉਸ ਪਾਸੇ ਜਾਂਦਾ ਹੈ, ਵੇਖਦਾ ਵੀ ਹੈ ਕੀ, ਵੀ ਮੈਨੂੰ ਰੋਕਿਆ ਇਹਦੇ ਤੋਂ, ਵੀ ਵੇਖੀਏ ਤਾਂ ਸਹੀ। ਜੇ ਉਹਨਾਂ ਨੇ ਦੱਸ ਦਿੱਤਾ ਹੁੰਦਾ ਵੀ ਇਹਦੇ ਚ ਆਹ ਚੀਜ਼ਾਂ ਨੇ, ਫਿਰ ਸ਼ਾਇਦ ਨਾ ਵੇਖਦਾ। ਦੱਸਿਆ ਵੀ ਨਹੀਂ ਸੀ ਵੀ ਇਹਦੇ ਚ ਕੀ ਹੈ। ਉਹ ਕਹਿੰਦਾ ਵੇਖਣੀਆਂ ਤਾਂ ਚਾਹੀਦੀਆਂ ਨੇ। ਫਿਰ ਸੋਚੇ ਵੀ ਦੇਵਤਿਆਂ ਨੇ ਕਿਹਾ ਵੀ ਇਹਨੂੰ ਖੋਲਣਾ ਨਹੀਂ,
ਬਥੇਰਾ ਆਪਣੇ ਆਪ ਤੇ ਕੰਟਰੋਲ ਕੀਤਾ, ਕਾਬੂ ਪਾਇਆ ਵੀ ਨਹੀਂ ਖੋਲਣਾ। ਉਹ ਡੱਬਾ ਲੈ ਕੇ ਧਰਤੀ ਤੇ ਆ ਗਿਆ ਤੇ ਕਮਰੇ ਆਪਣੇ 'ਚ ਰੱਖ ਲਿਆ ਤੇ ਰਾਤ ਪੈ ਗਈ ਤੇ ਨੀਂਦ ਨਾ ਪਵੇ। ਸੋਚੇ ਮਨ ਵਿੱਚ ਵੀ ਖਬਰੇ ਡੱਬੇ 'ਚ ਕੀ ਹੈ। ਡੱਬਾ ਬੜਾ ਸੋਹਣਾ ਹੈ, ਵਿੱਚ ਪਤਾ ਨਹੀਂ ਕੀ ਹੈ। ਵੀ ਮੈਨੂੰ ਖੋਲਣ ਤੋਂ ਮਨਾ ਕਿਉਂ ਕੀਤਾ ਦੇਵਤਿਆਂ ਨੇ। ਮਨ ਹੀ ਮਨ ਸੋਚੀ ਜਾਂਦਾ, ਖੋਲਾਂ ਕਿ ਨਾ ਖੋਲਾਂ। ਹੁਣ ਮਨ 'ਚ ਧੁੜਕੂ ਜਿਹਾ ਲੱਗਾ ਹੋਇਆ। ਅੱਧੀ ਕੁ ਰਾਤ ਹੋ ਗਈ, ਨਹੀਂ ਕਾਬੂ ਪਾਇਆ ਗਿਆ ਆਪਣੇ ਆਪ ਤੇ। ਕਹਿੰਦਾ ਛੱਡੋ ਮਨਾ, ਵੇਖ ਹੀ ਲੈ। ਇਹਨੇ ਜਦੋਂ ਡੱਬਾ ਖੋਲਿਆ ਤੇ ਉਹਦੇ ਚੋਂ ਬੜੀਆਂ ਬੜੀਆਂ ਡਰਾਵਣੀਆਂ ਤੇ ਭਿਆਨਕ ਬਲਾਵਾਂ ਨਿਕਲੀਆਂ। ਕਿਹੜੀਆਂ ਬਲਾਵਾਂ ਸੀ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਦੋਂ ਬਾਹਰ ਨਿਕਲਣ ਲੱਗੇ ਤੇ ਇਹਦੇ ਡੱਬਾ ਬੰਦ ਕਰਦਿਆਂ ਕਰਦਿਆਂ ਪੰਜੇ ਨਿਕਲ ਗਏ ਬਾਹਰ। ਤੇ ਇਹਨੇ ਛੇਤੀ ਨਾਲ ਡੱਬਾ ਬੰਦ ਕੀਤਾ ਤੇ ਜਿਹੜੀ ਚਿੰਤਾ ਸੀ ਉਹ ਵਿੱਚ ਰਹਿ ਗਈ ਡੱਬੇ ਦੇ। ਜਿਹੜੇ ਪੰਜ ਵਿਕਾਰ ਸੀ ਉਹ ਬਾਹਰ ਨਿਕਲ ਗਏ। ਹੁਣ ਜਿਹੜਾ ਕਾਮ ਹੈ ਉਹ ਬਾਹਰੋਂ ਸਤਾਉਂਦਾ, ਰੂਪ ਵੇਖਦਾ ਤੇ ਕਾਮੀ ਹੋ ਜਾਂਦਾ। ਕ੍ਰੋਧ ਉਹ ਵੀ ਬਾਹਰੋਂ ਸਤਾਉਂਦਾ, ਜੇ ਕਿਸੇ ਨੂੰ ਵੇਖ ਕੇ ਇਹਦੇ ਮੂਜਬ ਇਹਦੀ ਕਾਮਨਾ ਮੁਤਾਬਕ ਉਹ ਨਹੀਂ ਚੱਲਦਾ ਤੇ ਗੁੱਸਾ ਆਉਂਦਾ ਬਾਹਰੋਂ ਹੀ ਵੇਖ ਕੇ। ਬੈਠੇ ਬੈਠੇ ਨੂੰ ਆਪਣੇ ਆਪ ਤਾਂ ਨਹੀਂ ਕ੍ਰੋਧ ਆਈ ਜਾਂਦਾ, ਕੋਈ ਨਾ ਕੋਈ ਬਾਹਰੋਂ ਹੀ ਕਾਰਨ ਵਰਤਦਾ। ਲੋਭ ਵੀ ਬਾਹਰੋਂ ਸਤਾਉਂਦਾ, ਕਿਸੇ ਪਦਾਰਥ ਨੂੰ ਵੇਖਦਾ ਤੇ ਮਨ 'ਚ ਲਾਲਚ ਆ ਜਾਂਦਾ ਮੇਰੇ ਕੋਲ ਹੋਵੇ। ਮੋਹ ਵੀ ਬਾਹਰੋਂ ਹੀ ਸਤਾਉਂਦਾ, ਬੱਚਿਆਂ ਨੂੰ ਵੇਖਦਾ, ਪਰਿਵਾਰ ਨੂੰ ਵੇਖਦਾ, ਟੱਬਰ ਨੂੰ ਵੇਖਦਾ ਤੇ ਮੋਹ ਆ ਜਾਂਦਾ। ਹੰਕਾਰ ਵੀ ਬਾਹਰੋਂ ਹੀ ਸਤਾਉਂਦਾ, ਕੋਈ ਪਦਵੀ ਮਿਲਦੀ ਆ, ਬਾਹਰੋਂ ਕੋਈ ਰੁਤਬਾ ਮਿਲਦਾ, ਸੋਹਣਾ ਸਵਰੂਪ ਆਪਣਾ ਵੇਖਦਾ, ਚੰਗੀ ਜਾਤੀ ਦਾ ਹੰਕਾਰ, ਚੰਗੀ, ਉਹ ਵੀ ਬਾਹਰੋਂ ਹੀ ਹੁੰਦਾ ਸਭ ਕੁਝ। ਜਿਹੜੇ ਪੰਜ ਵਿਕਾਰ ਨੇ ਇਹ ਬਾਹਰੋਂ ਸਤਾਉਂਦੇ ਆ ਕਿਉਂਕਿ ਉਹ ਡੱਬੇ ਚੋਂ ਬਾਹਰ ਨਿਕਲ ਗਏ। ਪਰ ਜਿਹੜੀ ਚਿੰਤਾ ਹੈ ਨਾ, ਇਹ ਅੰਦਰੋਂ ਬਿਨਾਂ ਕਾਰਨ ਤੋਂ ਹੀ, ਬਾਹਰੋਂ ਕੁਝ ਨਾ ਵੀ ਦਿਸਦਾ ਹੋਵੇ, ਬਾਹਰੋਂ ਕੁਝ ਨਾ ਵੀ ਘਟਦਾ ਹੋਵੇ, ਅੰਦਰੋਂ ਸਤਾਉਂਦੀ ਹੈ ਕਿਉਂਕਿ ਇਹ ਡੱਬੇ ਦੇ ਅੰਦਰ ਰਹਿ ਗਈ ਸੀ। ਦਰਅਸਲ ਉਹ ਡੱਬਾ ਸੀ ਮਨੁੱਖ ਦਾ ਮਨ। ਉਹ ਡੱਬਾ ਸੀ ਮਨੁੱਖ ਦਾ ਮਨ। ਪੰਜੇ ਵਿਕਾਰ ਬਾਹਰ ਨਿਕਲ ਗਏ ਡੱਬਾ ਖੋਲਦਿਆਂ ਸਾਰ। ਉਹ ਬਾਹਰੋਂ ਤੰਗ ਕਰ ਰਹੇ ਨੇ, ਚਿੰਤਾ ਅੰਦਰ ਬੰਦ ਰਹਿ ਗਈ ਸੀ, ਉਹ ਅੰਦਰੋਂ ਸਤਾ ਰਹੀ ਹੈ, ਅੰਦਰੋਂ ਦੁੱਖ ਦੇ ਰਹੀ ਹੈ। ਤੋ ਚਿੰਤਾ ਉਹ ਹਿਰਦੇ ਵਿੱਚ ਪ੍ਰਬਲ ਹੈ। ਪਾਤਸ਼ਾਹ ਕਹਿੰਦੇ ਆ ਜਿਹੜੀ ਬਗਾਨੀ ਚਿੰਤਾ ਤੂੰ ਬਿਨਾਂ ਗੱਲ ਤੋਂ ਹੀ ਚੁੱਕੀ ਫਿਰਦਾ ਹਿਰਦੇ 'ਚ, ਇਹਨੂੰ ਤਜ ਦੇ, ਇਹਨੂੰ ਛੱਡ ਦੇ। ਤਜ ਅਭਿਮਾਨ ਅਰ ਚਿੰਤ ਬਿਰਾਨੀ। ਆ ਜਿਹੜੀ ਬਗਾਨੀ ਚਿੰਤਾ ਤੂੰ ਆਪਣੇ ਹਿਰਦੇ 'ਚ ਪਾਲੀ ਫਿਰਦਾ, ਇਹਦਾ ਤਿਆਗ ਕਰ, ਇਹਨੂੰ ਛੱਡ। ਇਹਦੇ ਨਾਲ ਕੁਝ ਨਹੀਂ ਸਬਰਨਾ। ਚਿੰਤਾ ਦੀ ਬਜਾਏ ਜੇ ਚਿੰਤਨ ਕਰੇ ਤੇ ਤੂੰ ਚਿੰਤਾ ਤੋਂ ਮੁਕਤ ਹੋ ਸਕਦਾ। ਤੂੰ ਚਿੰਤਨ ਕਰ, ਪਰਮੇਸ਼ਰ ਨੂੰ ਚੇਤ, ਅਕਾਲ ਪੁਰਖ ਨੂੰ ਯਾਦ ਕਰ। ਨੌਵੇਂ ਪਾਤਸ਼ਾਹ ਕਹਿੰਦੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਹਾਂਜੀ। ਜਪ ਜਪ ਨਾਮ ਤੁਮਾਰੋ ਪ੍ਰੀਤਮ, ਤਨ ਤੇ ਰੋਗ ਖਾਏ। ਹੇ ਮੇਰੇ ਪ੍ਰੀਤਮ ਜੀ, ਤੁਹਾਡਾ ਨਾਮ ਜਪ ਜਪ ਕੇ ਮੇਰੇ ਤਨ ਤੋਂ ਜਿੰਨੇ ਰੋਗ ਸੀ ਖਾਏ ਨਾਸ਼ ਹੋ ਗਏ ਨੇ। ਖਾਏ ਦਾ ਮਤਲਬ ਹੁੰਦਾ ਨਾਸ਼ ਹੋ ਜਾਣਾ। ਮਹਾਰਾਜ ਜੀ ਤੁਹਾਡਾ ਨਾਮ ਜਪ ਜਪ ਕੇ ਮੇਰੇ ਜਿਤਨੇ ਰੋਗ ਸੀ ਤਨ ਦੇ, ਉਹ ਸਾਰੇ ਖੈ ਹੋ ਗਏ ਨੇ, ਨਾਸ ਹੋ ਗਏ ਨੇ, ਉਹਨਾਂ ਦੀ ਨਿਰਵਿਰਤੀ ਹੋ ਗਈ ਹੈ ਤੁਹਾਡਾ ਅੰਮ੍ਰਿਤ ਨਾਮ ਜਪ ਕੇ। ਵਾਹਿਗੁਰੂ 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 ਵਾਹਿਗੁਰੂ। ਜਪ ਜਪ ਨਾਮ ਤੁਮਾਰੋ
ਪ੍ਰੀਤਮ ਜਪ ਜਪ ਨਾਮ ਤੁਮਾਰੋ ਪ੍ਰੀਤਮ ਜਪ ਜਪ ਨਾਮ ਤੁਮਾਰੋ ਪ੍ਰੀਤਮ ਜਪ ਜਪ ਨਾਮ ਤੁਮਾਰੋ ਪ੍ਰੀਤਮ ਜਪ ਜਪ ਨਾਮ ਤੁਮਾਰੋ ਪ੍ਰੀਤਮ ਜਪ ਜਪ ਨਾਮ ਤੁਮਾਰੋ ਪ੍ਰੀਤਮ ਜਪ ਜਪ ਨਾਮ ਤੁਮਾਰੋ ਪ੍ਰੀਤਮ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖਏ ਤਨ ਤੇ ਰੋਗ ਖਏ ਤਨ ਤੇ ਰੋਗ ਖਾਏ ਤਨ ਤੇ ਰੋਗ ਖਾਏ ਵਾਹਿਗੁਰੂ 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 ਇਹ ਅੰਮ੍ਰਿਤ ਨਾਮ ਹੈ ਪਾਤਸ਼ਾਹ ਆਪ ਜੀ ਦਾ ਅੰਮ੍ਰਿਤ ਨਾਮ ਜਪ ਜਪ ਕੇ ਹੇ ਮੇਰੇ ਪਿਆਰੇ ਪ੍ਰੀਤਮ ਜੀ ਤੁਹਾਡੇ ਨਾਮ ਦੀ ਕਮਾਈ ਕਰਕੇ ਮੇਰੇ ਤਨ ਦੇ ਜਿਤਨੇ ਰੋਗ ਸਨ ਉਹ ਸਾਰੇ ਹੀ ਰੋਗ ਖਏ ਨਾਸ਼ ਹੋ ਗਏ ਨਿਰਵਿਰਤ ਹੋ ਗਏ ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰ ਦਏ ਮਹਾਰਾਜ ਜੀ ਮਹਾ ਮੁਗਧਾ ਅਸੀਂ ਅਣਜਾਣ ਹਾਂ ਮੂਰਖ ਹਾਂ ਗਿਆਨੀ ਹਾਂ ਤੁਸੀਂ ਦਇਆ ਧਾਰ ਕੇ ਸਾਨੂੰ ਰੱਖ ਲਿਆ ਰਾਖੇ ਧਾਰ ਦਏ ਦਏ ਨਾਮ ਹੁੰਦਾ ਦਇਆ ਦਾ ਮਹਾਰਾਜ ਜੀ ਤੁਸੀਂ ਸਾਨੂੰ ਦਇਆ ਕਰਕੇ ਰੱਖ ਲਿਆ ਅਸੀਂ ਮਹਾ ਮੂਰਖ ਸੀ ਅਗਿਆਨੀ ਸੀ ਅਣਜਾਣ ਸੀ ਪਰ ਜਿਹੋ ਜਿਹੇ ਵੀ ਸੀ ਤੁਹਾਡੀ ਸ਼ਰਨ ਵਿੱਚ ਸੀ ਤੇ ਮਹਾਰਾਜ ਤੁਸੀਂ ਸਾਡੇ ਤੇ ਤਰਸ ਕੀਤਾ ਤੁਸੀਂ ਮਹਾਰਾਜ ਜੀ ਸਾਡੇ ਤੇ ਦਇਆ ਕੀਤੀ ਹੈ ਸਾਨੂੰ ਮੂਰਖਾਂ ਨੂੰ ਆਪਣੀ ਸ਼ਰਨ 'ਚ ਰੱਖ ਲਿਆ ਮਹਾਰਾਜ ਕੋਈ ਨਹੀਂ ਸੀ ਰੱਖਦਾ ਸਾਨੂੰ ਦਰਬਦਰ ਭਟਕਦਿਆਂ ਨੂੰ ਕੋਈ ਮੂੰਹ ਨਹੀਂ ਸੀ ਲਾਉਂਦਾ ਮਹਾਰਾਜ ਤੁਸੀਂ ਸਾਡੇ ਤੇ ਤਰਸ ਕੀਤਾ ਤੁਸੀਂ ਸਾਡੇ ਤੇ ਦਇਆ ਕੀਤੀ ਹੈ ਤੁਸੀਂ ਮਿਹਰ ਕੀਤੀ ਹੈ ਮਹਾਰਾਜ ਤੁਸੀਂ ਰਹਿਮਤ ਦੇ ਘਰ ਵਿੱਚ ਆ ਕੇ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਿਆ ਕਹੋ ਨਾਨਕ ਗੁਰ ਪੂਰਾ ਭੇਟਿਓ ਆਵਨ ਜਾਣ ਰਹੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਜਦੋਂ ਮੈਨੂੰ ਪੂਰਾ ਗੁਰੂ ਮਿਲਿਆ ਤੇ ਪੂਰੇ ਗੁਰੂ ਨੂੰ ਮਿਲਦਿਆਂ ਅਸੀਂ ਆਵਾ ਗਾਉਣ ਤੋਂ ਰਹਿਤ ਹੋ ਗਏ ਆਵਨ ਜਾਣ ਰਹੇ ਆਵਾ ਗਾਉਣ ਤੋਂ ਰਹਿਤ ਹੋ ਗਏ ਜਨਮ ਮਰਨ ਤੋਂ ਰਹਿਤ ਹੋ ਗਏ ਪੂਰੇ ਗੁਰੂ ਨੇ ਸਾਡੇ ਤੇ ਤਰਸ ਕਰਕੇ ਸਾਡਾ ਜਨਮ ਔਰ ਸਾਡਾ ਮਰਨ ਦੋਵੇਂ ਹੀ ਕੱਟ ਦਿੱਤੇ ਨਿਵਾਰ ਦਿੱਤੇ ਬਿਲਾਵਲ ਮਹੱਲਾ ਪੰਜਵਾ ਜੀਵਾ ਨਾਮ ਸੁਨੀ ਰਾਗ ਬਿਲਾਵਲ ਪੰਜਵੇਂ ਪਾਤਸ਼ਾਹ ਜੀ ਬਚਨ ਉਚਾਰਦੇ ਮਹਾਰਾਜ ਤੁਹਾਡਾ ਨਾਮ ਸੁਣ ਸੁਣ ਕੇ ਜੀਵੰਦਾ ਹਾਂ ਜੀਵੋ ਨਾਮ ਸੁਨੀ ਮਹਾਰਾਜ ਤੁਹਾਡਾ ਨਾਮ ਸੁਣ ਕੇ ਜੀਵਦਾ ਗਿਆਨੀ ਮਾਨ ਸਿੰਘ ਝੌਰ ਇੱਕ ਜਗ੍ਹਾ ਤੇ ਦੱਸਦੇ ਕਹਿੰਦੇ ਇੱਕ ਗੁਰੂ ਕਾ ਸਿੱਖ ਸੀ ਸੇਵਕ ਬੰਬੇ ਦੇ ਇਲਾਕੇ 'ਚ ਰਹਿੰਦਾ ਕਹਿੰਦੇ ਸਾਹਿਬ ਦਾ ਨਾਮ ਜਦੋਂ ਉਹਦੇ ਕੋਲ ਆ ਕੇ ਕਿਸੇ ਨੇ ਕਹਿ ਦੇਣਾ ਨਾ ਧੰਨ ਗੁਰੂ ਰਾਮਦਾਸ ਕਹਿੰਦੇ ਉਹਨੇ ਸੁਣਦਿਆਂ ਸਾਰ ਉਹਦੇ ਚਰਨਾਂ 'ਚ ਲੋਟ-ਪੋਟ ਹੋ ਕੇ ਕਹਿਣਾ ਐ ਗੁਰੂ ਕਿਆ ਲਾਲਾ ਇੱਕ ਵਾਰੀ ਫੇਰ ਸੁਣਾ ਮੇਰੇ ਸਾਹਿਬ ਦਾ ਨਾਮ ਫੇਰ ਆਖ ਉਹਨੇ ਫਿਰ ਕਹਿਣਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੇ ਸੁਣ ਸੁਣ ਕੇ ਉਹਨੇ ਬਾਰ-ਬਾਰ ਇਹੀ ਕਹੀ ਜਾਣਾ ਮੈਨੂੰ ਸੁਣਾਈ ਚੱਲ ਮੇਰੇ ਸਾਹਿਬ ਦਾ ਨਾਮ ਜਦੋਂ ਮੈਂ ਆਪਣੇ ਕੰਨਾਂ ਨਾਲ ਸੁਣਦਾ ਤੇ ਸੁਣ ਕੇ ਮੈਨੂੰ ਜੀਵਨ ਪ੍ਰਾਪਤ ਹੁੰਦਾ ਮੈਂ ਜਿਉਂਦਾ ਜੀਵੋ ਨਾਮ ਸੁਣੀ ਇਹ ਗੁਰੂ ਕੇ ਸਿੱਖ ਦੀ ਅਵਸਥਾ ਹੈ ਆਪਣੇ ਸਾਹਿਬ ਦਾ ਨਾਮ ਸੁਣ ਕੇ ਜੀਵਦਾ ਗੁਰਸਿੱਖ ਆਪਣਾ ਨਾਂ ਸੁਣੇ ਤੇ ਉਹਨੂੰ ਕੋਈ ਖੁਸ਼ੀ ਨਹੀਂ ਅੱਜ ਕੱਲ ਤਾਂ ਉਲਟ ਕੰਮ ਹੈ ਨਾ ਮੇਰਾ ਨਾਂ ਨਾ ਬੋਲਿਆ ਜਾਏ ਕਿਸੇ ਮਜਲਿਸ ਵਿੱਚ ਕਿਸੇ ਸਭਾ ਵਿੱਚ ਤੇ ਅਸੀਂ ਤਾਂ ਨਾਰਾਜ਼ਗੀ ਪ੍ਰਗਟ ਕਰਨੇ ਆ ਤੂੰ ਮੇਰਾ ਨਾਂ ਨਹੀਂ ਬੋਲਿਆ ਉੱਥੇ ਉਹ ਤੂੰ ਮੈਨੂੰ ਸਿਰੇ ਪਾਉ ਨਹੀਂ ਦਿੱਤਾ ਬਈ ਸਾਡੀ ਨਾਰਾਜ਼ਗੀ ਹੋ ਜਾਂਦੀ ਹੈ ਉਹਦੇ ਨਾਲ ਵੀ ਸਾਡਾ ਨਾਂ ਨਹੀਂ ਲਿਆ ਸਾਡਾ ਨਾਂ ਨਹੀਂ ਬੋਲਿਆ ਮੈਂ ਵੀ ਵਿੱਚ ਹੀ ਹਾਂ
ਮੈਂ ਆਪਣੀ ਹਾਲਤ ਵੀ ਨਾਲ ਹੀ ਬਿਆਨ ਕਰਦਾ ਹਾਂ। ਉਹ ਭਲਿਆ, ਉੱਥੇ ਜਿਹੜੇ ਸਾਹਿਬ ਦਾ ਨਾਂ ਲਿਆ ਜਾ ਰਿਹਾ ਹੈ, ਉਹ ਨਾਂ ਸੁਣ ਕੇ ਤੈਨੂੰ ਸੰਤੁਸ਼ਟੀ ਨਹੀਂ ਹੋਈ ਕਿ ਤੂੰ ਹਾਲੇ ਵੀ ਆਪਣਾ ਨਾਂ ਸੁਣਨਾ ਚਾਹੁੰਦਾ? ਹਾਲੇ ਵੀ ਤੇਰੇ ਕੰਨਾਂ ਦੇ ਵਿੱਚ ਇੱਛਾ ਹੈ ਅੰਦਰ ਕਿ ਮੈਂ ਆਪਣਾ ਨਾਮ ਸੁਣਾ? ਗੁਰੂ ਕਾ ਸਿੱਖ ਤਾਂ ਆਪਣੇ ਮਾਲਕ ਦਾ ਨਾਮ ਸੁਣ ਕੇ ਗਦਗਦ ਹੋ ਜਾਂਦਾ ਹੈ। ਆਪਣੇ ਮਾਲਕ ਦਾ ਨਾਮ ਸੁਣਦਿਆਂ ਉਹਦਾ ਹਿਰਦਾ ਪ੍ਰੇਮ ਨਾਲ ਭਰ ਆਉਂਦਾ ਹੈ। ਤੇ ਇਹੋ ਜੀ ਅਵਸਥਾ ਪੰਜਵੇਂ ਪਾਤਸ਼ਾਹ ਕਹਿੰਦੇ ਉਹਦੀ ਹੈ, ਜੀਵੋ ਨਾਮ ਸੁਣੀ। ਮਹਾਰਾਜ ਤੁਹਾਡਾ ਨਾਮ ਸੁਣ ਕੇ, ਤੁਹਾਡੇ ਅੰਮ੍ਰਿਤ ਨਾਮ ਨੂੰ ਸੁਣ ਸੁਣ ਕੇ ਮੈਂ ਜੀਵਦਾ ਹਾਂ। ਜੋ ਸੋ ਪ੍ਰਸੰਨ ਭਏ ਗੁਰ ਪੂਰੇ, ਤਬ ਮੇਰੀ ਆਸ ਪੁਨੀ। ਜਦੋਂ ਮੇਰੇ ਸਾਹਿਬ ਜੀ ਮੇਰੇ ਤੇ ਵਿਸ਼ੇਸ਼ ਕਰਕੇ ਪ੍ਰਸੰਨ ਹੋਏ, ਜਿਹੜਾ ਸੋ ਪ੍ਰਸੰਨ ਸ਼ਬਦ ਹੈ ਨਾ, ਸੋ ਪ੍ਰਸੰਨ, ਸੋ ਦਾ ਅੱਖਰੀ ਅਰਥ ਕਰਾਂਗੇ ਵਿਸ਼ੇਸ਼, ਨਹੀਂ ਤਾਂ ਸਿੱਧਾ ਪ੍ਰਸੰਨ ਵੀ ਕਹਿ ਸਕਦੇ ਵੀ ਪ੍ਰਸੰਨ ਹੋ ਗਏ। ਇੱਕ ਹੁੰਦਾ ਵਿਸ਼ੇਸ਼ ਪ੍ਰਸੰਨਤਾ। ਕਹਿੰਦੇ ਜਦੋਂ ਮੇਰੇ ਸਾਹਿਬ ਜੀ ਮੇਰੇ ਤੇ ਵਿਸ਼ੇਸ਼ ਕਰਕੇ ਪ੍ਰਸੰਨ ਹੋਏ, ਵਿਸ਼ੇਸ਼ ਕਰਕੇ ਮੇਰੇ ਪੂਰੇ ਗੁਰਦੇਵ ਜੀ, ਤਾਂ ਕਹਿੰਦੇ ਉਸ ਵੇਲੇ ਮੇਰੇ ਮਨ ਦੀਆਂ ਸਾਰੀਆਂ ਆਸਾਂ ਪੂਰਨ ਹੋ ਗਈਆਂ। ਤਬ ਮੇਰੀ ਆਸ ਪੁੰਨੀ, ਮੇਰੀਆਂ ਸਾਰੀਆਂ ਆਸਾਂ ਉਦੋਂ ਹੀ ਪੂਰਨ ਹੋ ਗਈਆਂ ਜਦੋਂ ਮੇਰੇ ਮਾਲਕ ਜੀ ਮੇਰੇ ਤੇ ਖਾਸ ਕਰਕੇ ਵਿਸ਼ੇਸ਼ ਕਰਕੇ ਪ੍ਰਸੰਨ ਹੋਏ। ਤੁਸੀਂ ਆਖੋਗੇ ਵੀ ਸਾਡੇ ਤੇ ਵਿਸ਼ੇਸ਼ ਪ੍ਰਸੰਨਤਾ ਹੈ ਗੁਰਦੇਵ ਦੀ, ਇਹਦੀ ਕੀ ਨਿਸ਼ਾਨੀ ਹੈ ਵੀ ਸਾਡੇ ਤੇ ਵਿਸ਼ੇਸ਼ ਪ੍ਰਸੰਨਤਾ? ਆਹ ਲੱਖਾਂ ਕਰੋੜਾਂ ਦੁਨੀਆ ਕੁਰਬਲ ਕੁਰਬਲ ਕਰਦੀ ਫਿਰਦੀ ਹੈ ਸੰਸਾਰ ਵਿੱਚ। ਵਿਸ਼ੇਸ਼ ਪ੍ਰਸੰਨਤਾ ਸੀ ਸਾਹਿਬ ਦੀ, ਅਕਾਲ ਪੁਰਖ ਦੀ, ਗੁਰੂ ਨਾਨਕ ਸਾਹਿਬ ਦੀ। ਉਹਨੇ ਸਾਨੂੰ ਗੁਰੂ ਕੇ ਸਿੱਖਾਂ ਦੇ ਘਰ ਵਿੱਚ ਜਨਮ ਦਿੱਤਾ। ਸਤਿ ਸ੍ਰੀ ਅਕਾਲ। ਫਿਰ ਆਖੋ ਵੀ ਉਹਨਾਂ ਵਿੱਚੋਂ ਵੀ ਅੱਗੇ ਹੋਰ ਸ੍ਰੇਸ਼ਟ ਪ੍ਰਸੰਨਤਾ ਹੋਈ, ਉਹ ਕਿਵੇਂ ਜਾਣੀਏ? ਕਿ ਗੁਰੂ ਕੇ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਪੰਜਾਂ ਦੇ ਕੋਲੋਂ ਜਦੋਂ ਖੰਡੇ ਦੀ ਪੌਲ ਪ੍ਰਾਪਤ ਹੋਈ, ਮੇਰੇ ਸਾਹਿਬ ਦੀ ਹੋਰ ਪ੍ਰਸੰਨਤਾ ਹੋ ਗਈ, ਹੋਰ ਖਾਸ ਪ੍ਰਸੰਨਤਾ ਹੋ ਗਈ। ਪੰਜਾਂ ਕੱਕਿਆਂ ਵਿੱਚ, ਰਹਿਣੀ ਬਹਿਣੀ ਵਿੱਚ ਗੁਰਬਾਣੀ ਦਾ ਅਭਿਆਸੀ ਹੋ ਗਿਆ, ਗੁਰੂ ਕੀ ਸੰਗਤ ਵਿੱਚ ਜੁੜਨ ਲੱਗ ਪਿਆ। ਗੁਰੂ ਸਾਹਿਬ ਦੀ ਸ੍ਰੇਸ਼ਟ ਪ੍ਰਸੰਨਤਾ ਹੈ, ਇਹ ਵਿਸ਼ੇਸ਼ ਕਿਰਪਾ ਹੈ ਗੁਰਦੇਵ ਦੀ। ਤੋ ਜਦੋਂ ਮੇਰੇ ਸਾਹਿਬ ਜੀ ਮੇਰੇ ਤੇ ਵਿਸ਼ੇਸ਼ ਕਰਕੇ ਪ੍ਰਸੰਨ ਹੋਏ ਤਾਂ ਮੇਰੀਆਂ ਸਾਰੀਆਂ ਆਸਾਂ ਪੂਰਨ ਹੋ ਗਈਆਂ। ਮਹਾਰਾਜ ਜੀ ਕਹਿੰਦੇ ਤਬ ਮੇਰੀ ਆਸ ਪੁੰਨੀ, ਮੇਰੀਆਂ ਆਸਾਂ ਸਾਰੀਆਂ ਹੀ ਮੇਰੇ ਮਾਲਕ ਨੇ ਪੂਰਨ ਕਰ ਦਿੱਤੀਆਂ। ਰਹਾਉ ਪੀਰ ਗਈ ਬਾਦੀ ਮਨ ਧੀਰਾ, ਮੋਹਿਓ ਅਨੰਦ ਤੁਨੀ। ਮੇਰੀ ਜਨਮ ਤੇ ਮਰਨ ਦੀ ਪੀੜਾ ਚਲੀ ਗਈ। ਪੀਰ ਗਈ, ਜਨਮ ਤੇ ਮਰਨ ਦੀ ਪੀੜਾ ਬੜੀ ਭਿਆਨਕ ਪੀੜਾ ਹੈ। ਇਹ ਪੀੜਾ ਚਲੀ ਗਈ। ਬਾਧੀ ਮਨ ਧੀਰਾ, ਮੇਰੇ ਮਨ ਨੂੰ ਧੀਰਜ ਮਿਲ ਗਿਆ, ਮੇਰੇ ਮਨ ਨੂੰ ਧੀਰਜ ਪ੍ਰਾਪਤ ਹੋ ਗਿਆ। ਮਨ ਨੇ ਧੀਰਜ ਬੰਨ ਲਿਆ, ਨਹੀਂ ਤਾਂ ਇਹ ਮਨ ਧੀਰਜ ਨਹੀਂ ਸੀ ਰੱਖਦਾ। ਜਦੋਂ ਮੇਰੇ ਮਾਲਕ ਨੇ, ਕਿਉਂਕਿ ਪੀੜਾ ਵਿੱਚ ਕਿੱਥੇ ਧੀਰਜ ਹੁੰਦਾ? ਕਿਸੇ ਨੂੰ ਦਰਦ ਹੋ ਰਹੀ ਹੋਵੇ ਭਿਆਨਕ, ਕੋਈ ਕਹਿੰਦਾ ਹੌਸਲਾ ਕਰ, ਉਹ ਕਹਿੰਦਾ ਕਿਵੇਂ ਹੌਸਲਾ ਕਰਾਂ, ਇਹ ਦਰਦ ਨਾਲ ਜਾਨ ਨਿਕਲਦੀ ਜਾਂਦੀ, ਤੂੰ ਕਹਿੰਦਾ ਹੌਸਲਾ ਕਰ, ਧੀਰਜ ਕਿਵੇਂ ਰੱਖਾਂ? ਜਦੋਂ ਪੀੜਾ ਦੂਰ ਹੋ ਜਾਏ ਫਿਰ ਧੀਰਜ ਵੀ ਬਣ ਜਾਂਦਾ ਨਾ। ਕਹਿੰਦੇ ਮੇਰੇ ਮਾਲਕ ਨੇ ਮੇਰੀ ਜਨਮ ਤੇ ਮਰਨ ਦੀ ਪੀੜਾ ਦੂਰ ਕੀਤੀ ਪਹਿਲੋਂ। ਜਦੋਂ ਜਨਮ ਮਰਨ ਦੀ ਪੀੜਾ ਦੂਰ ਹੋਈ ਤੇ ਮਨ ਨੂੰ ਧੀਰਜ ਮਿਲ ਗਿਆ। ਪੀਰ ਗਈ ਬਾਧੀ ਮਨ ਧੀਰਾ, ਮਨ ਨੇ ਧੀਰਜ ਬੰਨ ਲਿਆ। ਮੋਹਿਓ ਆਨੰਦ ਧੁਨੀ, ਕਹਿੰਦੇ ਆਪਣੇ ਮਾਲਕ ਦੇ ਰਸਨਾ ਤੋਂ ਉਚਰੇ ਹੋਏ ਅੰਮ੍ਰਿਤ ਬੋਲਾਂ ਦੀ ਆਨੰਦਮਈ ਧੁਨੀ ਨੂੰ ਸੁਣ ਕੇ ਮੈਂ ਮੋਹਿਆ ਗਿਆ। ਜਦੋਂ ਸਾਹਿਬ ਦੀ ਬਾਣੀ ਸੁਣਦਾ, ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸੁਣਦਾ, ਤਾਂ ਕਹਿੰਦੇ ਇਹ ਆਨੰਦਦਾਇਕ ਧੁਨੀ ਨੂੰ ਸੁਣ ਕੇ ਮੇਰਾ ਮਨ ਮੋਹਿਆ ਜਾਂਦਾ ਹੈ, ਮੋਹਿਆ ਜਾਂਦਾ ਹੈ।
ਮੋਹਿਓ ਆਨੰਦ ਧੁਨੀ, ਇਹ ਆਨੰਦ ਦੀ ਧੁਨੀ ਹੈ ਜਿਹੜੀ ਸਾਹਿਬ ਦੇ ਦਰ ਤੇ ਵੱਜਦੀ ਹੈ। ਮਹਾਰਾਜ ਜੀ ਦਾ ਸਮਕਾਲੀ ਕਵੀ ਕਹਿੰਦਾ, ਕਲਗੀਧਰ ਪਾਤਸ਼ਾਹ ਦੇ ਨਗਰੀ ਆਨੰਦਪੁਰ ਸਾਹਿਬ ਨੂੰ ਵੇਖ ਕੇ ਕਹਿੰਦੇ ਮਹਾਰਾਜ ਦਸਵੇਂ ਪਾਤਸ਼ਾਹ ਦਾ ਸੋਹਣਾ ਨਗਰ ਸ੍ਰੀ ਆਨੰਦਪੁਰ ਸਾਹਿਬ। ਜਦੋਂ ਵੇਖਿਆ ਤੇ ਵੇਖ ਕੇ ਉਹ ਕਵੀ ਕਹਿੰਦਾ, ਉਹ ਕਹਿੰਦਾ ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਸੁਣ ਸੁਣ ਸੁਧ ਭੁੱਲ ਦੀਏ ਨਰ ਨਾਹਾਂ ਦੀ, ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਸੁਣ ਸੁਣ ਸੁਧ ਭੁੱਲ ਦੀਏ ਨਰ ਨਾਹਾਂ ਦੀ। ਕਹਿੰਦੇ ਆਨੰਦ ਦਾ ਵਾਜਾ ਮੇਰੇ ਸਾਹਿਬ ਦੀ ਨਗਰੀ ਆਨੰਦਪੁਰ ਸਾਹਿਬ ਚ ਕਲਗੀਧਰ ਦੇ ਦਰਬਾਰ ਚ ਵੱਜਦਾ, ਜਿਸ ਨੂੰ ਸੁਣ ਕੇ ਵੱਡੇ ਵੱਡੇ ਰਾਜੇ ਵੀ ਬੇਸੁੱਧ ਹੋ ਜਾਂਦੇ ਐ। ਨਰ ਨਾਹ, ਨਰ ਨਾਹ ਕਹਿੰਦੇ ਰਾਜੇ ਨੂੰ, ਨਰਾਂ ਦਾ ਨਾਹ ਰਾਜਾ। ਕਹਿੰਦੇ ਵੱਡੇ ਵੱਡੇ ਰਾਜੇ ਵੀ ਮੋਹਿਤ ਹੋ ਜਾਂਦੇ ਐ, ਉਹਨਾਂ ਨੂੰ ਵੀ ਆਪਣੀ ਸੁੱਧ ਬੁੱਧ ਭੁੱਲ ਜਾਂਦੀ ਹੈ ਜਦੋਂ ਗੁਰੂ ਕਲਗੀਧਰ ਦੇ ਦਰਬਾਰ ਦਾ ਆਨੰਦ ਵੇਖਦੇ ਤੇ ਸੁਣਦੇ ਐ। ਮੋਹਿਓ ਆਨੰਦ ਧੁਨੀ, ਮਹਾਰਾਜ ਜੀ ਤੁਹਾਡੀ ਆਨੰਦਮਈ ਧੁਨੀ ਨੂੰ, ਗੁਰਬਾਣੀ ਦੇ ਕੀਰਤਨ ਨੂੰ ਸੁਣ ਕੇ ਮੇਰਾ ਮਨ ਮੋਹਿਆ ਗਿਆ ਹੈ। ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ, ਰਹਿਨ ਨ ਜਾਏ ਖਿਨੀ। ਮੇਰੇ ਹਿਰਦੇ ਚ ਚਾਅ ਉਪਜਿਆ, ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ, ਪਿਆਰੇ ਪ੍ਰੀਤਮ ਨੂੰ ਮਿਲਣ ਵਾਸਤੇ ਮੇਰਾ ਹਿਰਦਾ ਚਾਅ ਵਿੱਚ ਆਇਆ ਹੈ। ਰਹਿਨ ਨਾ ਜਾਏ ਖਿਨੀ, ਮਹਾਰਾਜ ਜੀ ਇੱਕ ਖਿਨ ਮਾਤਰ ਵੀ ਤੁਹਾਡੇ ਬਿਨਾਂ ਨਹੀਂ ਰਿਹਾ ਜਾਂਦਾ। ਇਹੋ ਜਿਹਾ ਚਾਅ ਪੈਦਾ ਹੋਇਆ ਤੁਹਾਨੂੰ ਮਿਲਣ ਵਾਸਤੇ ਮਹਾਰਾਜ, ਇੱਕ ਖਿਨ ਮਾਤਰ ਵੀ ਰਿਹਾ ਨਹੀਂ ਜਾਂਦਾ। ਹਾਂਜੀ, ਅਨਕ ਭਗਤ ਅਨਕ ਜਨ ਤਾਰੇ, ਸਿਮਰਹਿ ਅਨਕ ਮੁਨੀ। ਹੇ ਪ੍ਰਭੂ ਤੁਸੀਂ ਆਪਣੇ ਅਨੇਕਾਂ ਭਗਤ ਤੇ ਅਨੇਕਾਂ ਜਨ ਤਾਰ ਦਿੱਤੇ ਨੇ, ਉਹਨਾਂ ਦੀ ਗਿਣਤੀ ਮਿਣਤੀ ਨਹੀਂ ਹੈ। ਮਹਾਰਾਜ ਸਿਮਰਹਿ ਅਨਕ ਮੁਨੀ, ਬੜੇ ਬੜੇ ਮੁਨੀਸ਼ਵਰ ਰਿਸ਼ੀ ਮੁਨੀ ਮਹਾਰਾਜ ਉਹ ਤੁਹਾਨੂੰ ਸਿਮਰਦੇ ਨੇ। ਹੇ ਵਾਹਿਗੁਰੂ ਜੀ, ਉਹ ਵੀ ਤੁਹਾਨੂੰ ਚੇਤੇ ਕਰਦੇ ਆ, ਉਹ ਵੀ ਤੁਹਾਨੂੰ ਯਾਦ ਕਰਦੇ ਆ, ਉਹ ਵੀ ਤੁਹਾਡਾ ਹੀ ਚਿੰਤਨ ਕਰਦੇ ਆ ਕਿ ਅਸੀਂ ਬ੍ਰਹਮ ਸਰੂਪ ਹਾਂ, ਕਿ ਅਸੀਂ ਬ੍ਰਹਮ ਸਰੂਪ ਹਾਂ। ਇਹ ਸਿਮਰਨ ਕਰਦੇ ਆ ਉਹ ਆਪਣੇ ਅੰਦਰ, ਤੇ ਤੁਹਾਡਾ ਹੀ ਸਿਮਰਨ ਹੋਇਆ ਨਾ ਸਾਹਿਬ ਜੀ, ਰੱਬ ਜੀ। ਉਹ ਤੁਹਾਡੇ ਸਿਮਰਨ ਨੂੰ ਆਪਣੇ ਹਿਰਦੇ ਵਿੱਚ ਆਰਾਧਦੇ ਨੇ ਅਨੇਕਾਂ ਭਗਤ ਅਨੇਕਾਂ ਜਨ। ਮਹਾਰਾਜ ਜੀ ਤੁਹਾਡੇ ਸਿਮਰਨ ਨਹੀਂ ਤਾਰੇ ਹਨ। ਹੰਦੁਲੇ ਟਿਕਾ ਨਿਰਧਨ ਧਨ ਪਾਇਓ, ਪ੍ਰਭ ਨਾਨਕ ਅਨਕ ਗੁਨੀ। ਮਹਾਰਾਜ ਸਾਨੂੰ ਅੰਨਿਆਂ ਨੂੰ ਤੁਹਾਡੀ ਟੇਕ ਹੈ, ਜਿਵੇਂ ਅੰਨੇ ਨੂੰ ਆਸਰਾ ਚਾਹੀਦਾ ਚੱਲਣ ਲਈ, ਤੇ ਉਹ ਅੰਨਾ ਆਸਰੇ ਬਿਨਾਂ ਕਿਵੇਂ ਚੱਲ ਸਕਦਾ। ਮਹਾਰਾਜ ਜੀ ਅਸੀਂ ਅੰਧਲੇ, ਸਾਨੂੰ ਅੰਨਿਆਂ ਨੂੰ ਤੁਹਾਡੀ ਟੇਕ ਹੈ। ਸਾਨੂੰ ਨਿਰਧਨਿਆਂ ਨੂੰ, ਅਸੀਂ ਨਿਰਧਨ ਵੀ ਹਾਂ, ਸਾਡੇ ਵਾਸਤੇ ਮਹਾਰਾਜ ਜੀ ਤੁਸੀਂ ਨਾਮ ਧਨ ਹੋ, ਸਾਨੂੰ ਤੁਹਾਡੇ ਕੋਲੋਂ ਧਨ ਪ੍ਰਾਪਤ ਹੋਇਆ ਹੈ। ਅੰਧਲੇ ਟਿਕ ਨਿਰਧਨ ਧਨ ਪਾਇਓ, ਪ੍ਰਭ ਨਾਨਕ ਅਨਕ ਗੁਨੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ, ਮੇਰੇ ਪ੍ਰਭੂ ਜੀ ਅਨੇਕਾਂ ਗੁਣਾਂ ਦੇ ਮਾਲਕ ਨੇ, ਉਹਨਾਂ ਵਿੱਚ ਅਨੇਕਾਂ ਹੀ ਗੁਣ ਨੇ, ਤੇ ਉਹ ਮੇਰੇ ਲਈ ਅੰਨੇ ਲਈ ਟੇਕ ਵੀ ਨੇ, ਤੇ ਮੈਂ ਨਿਰਧਨ ਵਾਸਤੇ ਧਨ ਵੀ ਨੇ। ਮੇਰਾ ਧਨ ਵੀ ਮਹਾਰਾਜ ਜੀ ਤੁਸੀਂ ਹੋ, ਮੇਰੀ ਟੇਕ ਵੀ ਤੁਸੀਂ ਹੋ, ਮੇਰਾ ਆਸਰਾ ਵੀ ਤੁਸੀਂ ਹੋ, ਮੇਰਾ ਤਾਣ ਵੀ ਤੁਸੀਂ ਹੋ, ਮੇਰਾ ਮਾਣ ਵੀ ਤੁਸੀਂ ਹੋ। ਮਹਾਰਾਜ ਮੇਰੇ ਲਈ ਸਾਰੇ ਗੁਣ ਵੀ ਤੁਸੀਂ ਹੋ। ਮਹਾਰਾਜ ਤੁਸੀਂ ਅਨੇਕਾਂ ਗੁਣਾਂ ਦੇ ਮਾਲਕ ਹੋ। ਇਹ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਜੋ ਗੁਰੂ ਸਾਹਿਬ ਨੇ ਆਪ ਦਇਆ ਕਰਕੇ ਵਿਚਾਰ ਕਰਵਾਈ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤਮਈ ਬਾਣੀ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ,
ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਡਾ ਸਾਰਿਆਂ ਦਾ ਗਾਵਿਆ ਤੇ ਸੁਣਿਆ ਸਾਹਿਬ ਜੀ ਥਾਂ ਪਾਵਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।